ਸਾਰੀਆਂ ਨੂੰ ਕਾਪੀ ਦੇ ਉੱਤੇ ਨੋਟ ਕਰ ਲਿਓ। ਜਿਵੇਂ ਕਲਾਸ ਓਵਰ ਹੁੰਦੀ ਹੈ ਤੁਹਾਨੂੰ ਸਾਰੀ ਦੀਆਂ ਸਾਰੀਆਂ ਅਨੁਸੂਚੀਆਂ ਟਿਪਸ ਦੇ ਉੱਤੇ ਯਾਦ ਹੋ ਜਾਣਗੀਆਂ। ਸੋ ਇਹ ਪਹਿਲੀ ਅਨੁਸੂਚੀ ਆ ਗਈ ਸਾਡੀ ਕੇਂਦਰ ਅਤੇ ਰਾਜ ਦੇ ਨਾਲ ਸੰਬੰਧਿਤ। ਦੇਖੋ ਜਿਹੜੀ ਪਹਿਲੀ ਸ਼ਡਿਊਲ ਹੈ ਸਾਡਾ, ਪਹਿਲੇ ਸ਼ਡਿਊਲ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਰਾਜ ਸੰਬੰਧੀ ਲਿਖਿਆ ਤੇ ਸਾਡੇ ਭਾਰਤ ਦੇ ਜਿਹੜੇ ਯੂਟੀ ਆ ਉਹਦੇ ਸੰਬੰਧੀ ਲਿਖਿਆ ਕਿ ਭਾਰਤ ਵਿੱਚ ਅੱਜ ਵਰਤਮਾਨ ਕਿੰਨੇ ਰਾਜ ਆ? ਅੱਜ 28 ਰਾਜ ਆ ਜੀ। ਤੇ ਅੱਜ ਯੂਟੀਆਂ ਕਿੰਨੀਆਂ ਵਰਤਮਾਨ? ਤਾਂ 8 ਸਾਡੇ ਕੋਲੇ ਕੇਂਦਰ ਸ਼ਾਸਿਤ ਰਾਜ ਹੈ। ਇਹਨਾਂ ਦੇ ਸੰਬੰਧ ਦੇ ਵਿੱਚ ਇਹਨਾਂ ਦੇ ਮਤਲਬ ਕਿ ਜੀ ਇਹਨਾਂ ਨੂੰ ਅਸੀਂ ਕਿਵੇਂ ਤਿਆਰ ਕਰਨਾ ਹੈ, ਰਾਜ ਕਿਵੇਂ ਬਣਦਾ ਹੈ, ਰਾਜ ਦੇ ਸੰਬੰਧ ਵਿੱਚ ਕਿਹੜੇ ਰੂਲ ਨਿਯਮ ਨੇ, ਉਹ ਸਾਰੇ ਦੇ ਸਾਰੇ ਸਾਡੇ ਇਹਨਾਂ ਸ਼ਡਿਊਲਾਂ ਦੇ ਵਿੱਚ ਦਰਜ ਕੀਤੇ ਨੇ। ਜੇ ਅਸੀਂ ਸੰਵਿਧਾਨ ਦਾ ਭਾਗ ਪਾਰਟ 1 ਖੋਲਦੇ ਹਾਂ, ਪਾਰਟ 1 ਦੇ ਵਿੱਚ ਆਰਟੀਕਲ 1 ਤੋਂ ਲੈ ਕੇ 4, ਜਿਹੜਾ ਆਰਟੀਕਲ 1 ਹੈ, ਆਰਟੀਕਲ 1 ਤੋਂ ਲੈ ਕੇ 4 ਤੱਕ ਜਿਹੜੇ ਸਾਡੇ ਕੋਲੇ ਆਰਟੀਕਲ ਹੈ ਰਾਜੇ, ਉਹ ਸਾਡੇ ਦੇਸ਼ ਦੇ ਵਿੱਚ ਰਾਜ ਅਤੇ ਕੇਂਦਰ ਸੂਚੀ ਜਿਹੜੀਆਂ ਹੈਗੀਆਂ ਸਾਡੀਆਂ ਕੇਂਦਰ ਸ਼ਾਸਿਤ ਰਾਜ ਹੈ, ਇਹਨਾਂ ਨੂੰ ਬਣਾਉਣ ਦੇ ਲਈ ਬਣਾਇਆ ਗਿਆ। ਤੋਂ ਸੈਕਿੰਡ ਆ ਗਿਆ ਜੀ ਸਾਡੇ ਕੋਲੇ, ਸੈਕਿੰਡ ਸ਼ਡਿਊਲ ਹੈ ਅਹੁਦੇਦਾਰਾਂ ਦੀ ਤਨਖਾਹ। ਮਤਲਬ ਸੈਕਿੰਡ ਸ਼ਡਿਊਲ ਕੀ ਆ ਗਿਆ ਕਿ ਅਹੁਦੇਦਾਰ ਜਿਹੜੇ ਉਹਨੂੰ ਚਲਾਉਣਗੇ, ਜਿਹੜੇ ਰਾਜ ਦੇ ਵਿੱਚ ਅਹੁਦੇਦਾਰ ਹੈ, ਜਿਵੇਂ ਰਾਸ਼ਟਰਪਤੀ ਆ ਗਿਆ, ਉਪ ਰਾਸ਼ਟਰਪਤੀ ਆ ਗਿਆ, ਇਹ ਸਾਰੇ ਜਿੰਨੇ ਵੀ ਸਾਡੇ ਅਹੁਦੇ ਨੇ ਇਹਨਾਂ ਅਹੁਦੇਦਾਰਾਂ ਦੇ ਨਾਮ ਦਰਜ ਨੇ। ਇਹਨਾਂ ਅਹੁਦੇਦਾਰਾਂ ਦੀਆਂ ਜਿਹੜੀਆਂ ਤਨਖਾਹਾਂ ਤੇ ਇਹਨਾਂ ਦੀ ਯੋਗਤਾ ਤੇ ਇਹਨਾਂ ਦੇ ਭੱਤੇ ਵਗੈਰਾ ਸਾਰੀਆਂ ਚੀਜ਼ਾਂ ਉਹਦੇ ਵਿੱਚ ਪ੍ਰੋਪਰਲੀ ਦਰਜ ਹਨ। ਸੈਕਿੰਡ ਤੋਂ ਬਾਅਦ ਸਾਡੇ ਕੋਲੇ ਆ ਗਿਆ ਜੀ ਅਗਲਾ ਸ਼ਡਿਊਲ ਆ ਗਿਆ। ਅਗਲਾ ਸ਼ਡਿਊਲ ਹੈ ਸਾਡਾ 3 ਨੰਬਰ ਦਾ ਸ਼ਡਿਊਲ, ਤੀਸਰਾ ਸ਼ਡਿਊਲ, ਉਹ ਹੈਗਾ ਜੀ ਸਾਡਾ ਓਥ ਨਾਲ ਸੰਬੰਧਿਤ। ਤੇ ਜਿਹੜੇ ਇਹ ਸਾਡੇ ਡੈਜ਼ਿਗਨੇਸ਼ਨਸ ਨੇ ਭਾਰਤੀ ਸੰਵਿਧਾਨ ਦੇ ਵਿੱਚ, ਜਿਹੜੇ ਡੈਜ਼ਿਗਨੇਸ਼ਨ ਨੇ, ਇਹ ਸਾਰੇ ਨੂੰ ਇਹਨਾਂ ਸਾਰੇ ਸੰਵਿਧਾਨਿਕ ਅਹੁਦਿਆਂ ਨੂੰ ਇੱਕ ਸਹੁੰ ਚੁਕਾਈ ਜਾਂਦੀ ਹੈ। ਤਾਂ ਓਥ ਕਿਹੜੇ ਸ਼ਡਿਊਲ ਦੇ ਵਿੱਚ ਦਰਜ ਹੈ? ਓਥ ਹੈਗੀ ਹੈ ਜੀ ਤੀਸਰੇ ਸ਼ਡਿਊਲ ਦੇ ਵਿੱਚ। ਤੀਸਰੇ ਸ਼ਡਿਊਲ 'ਚ ਕੀ ਦਰਜ ਹੈ ਜੀ? ਤੀਸਰੇ ਸ਼ਡਿਊਲ ਦੇ ਵਿੱਚ ਸਾਡੀ ਓਥ ਸਹੁੰ ਦਰਜ ਹੈ। ਚੌਥਾ ਸ਼ਡਿਊਲ ਰਾਜ ਸਭਾ ਦੇ ਮੈਂਬਰਾਂ ਦਾ ਹੁਣ, ਕਿਉਂਕਿ ਰਾਜ ਸਭਾ ਦੇ ਜਿਹੜੇ ਮੈਂਬਰ ਹੈ ਉਹਨਾਂ ਦੀ ਪਾਰਟਿਸਿਪੇਸ਼ਨ ਹੈ ਕਿੰਨੀ ਕਿੰਨੀ। ਦੇਖੋ ਜੀ ਰਾਜ ਸਭਾ ਸਾਡੇ ਕੋਲੇ ਇੱਕ ਕਾਉਂਸਲ ਆਫ ਦੀ ਸਟੇਟ ਜਿਹਨੂੰ ਅਸੀਂ ਬੋਲ ਦਿੰਨੇ ਆ, ਰਾਜ ਸਭਾ ਸਾਡੀ ਜਿਹੜੀ, ਉਹਦੇ ਵਿੱਚ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਪ੍ਰਤੀਨਿਧੀ ਜਾਂਦੇ ਆ। ਤਾਂ ਰਾਜੇ ਕਈ ਵਾਰੀ ਇਹ ਕੁਐਸਚਨ ਵੀ ਆ ਜਾਂਦਾ ਕਿ ਰਾਜ ਸਭਾ ਦੇ ਮੈਂਬਰ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਸੰਖਿਆ ਹੈਗੀ ਹੈ ਕਾਸਟ ਤੇ ਨਿਰਧਾਰਿਤ ਕਰਕੇ ਰੱਖੀ ਗਈ ਹੈ। ਤਾਂ ਕਈ ਵਾਰੀ ਆਪਸ਼ਨਾਂ ਪਾ ਦਿੰਦਾ ਧਰਮ ਦੇ ਆਧਾਰ ਤੇ ਨਿਰਧਾਰਿਤ ਹੈ, ਠੀਕ ਹੈ ਜੀ, ਉਹਨਾਂ ਦੇ ਮਤਲਬ ਪਾਪੂਲੇਸ਼ਨ ਦੇ ਆਧਾਰ ਤੇ ਨਿਰਧਾਰਿਤ ਹੈ, ਜਾਂ ਉਹਨਾਂ ਦੇ ਸਰਕਾਰੀ ਕਰਮਚਾਰੀਆਂ ਦੇ ਆਧਾਰ ਤੇ ਨਿਰਧਾਰਿਤ ਹੈ, ਜਾਂ ਰਾਜਪਾਲ ਨਿਰਧਾਰਿਤ ਕਰਦਾ ਹੈ ਕਿ ਸਾਡੇ ਰਾਜ ਦੇ ਵਿੱਚੋਂ ਇੰਨੇ ਬੰਦੇ ਜਿਹੜੇ ਰਾਜ ਸਭਾ ਦੇ ਵਿੱਚ ਜਾਣ। ਤਾਂ ਗੱਲ ਇੱਥੇ ਆ ਗਈ ਕੰਪਲੀਟ ਹੁੰਦੀ ਹੈ ਜੀ। ਤੇ ਰਾਜ ਸਭਾ ਦੇ ਵਿੱਚ ਸਾਡੇ ਜਿਹੜੇ ਬੰਦੇ ਜਾਂਦੇ ਆ ਉਹਨਾਂ ਨੂੰ ਅਸੀਂ ਕਿਸ ਤੇ ਨਿਰਧਾਰਿਤ ਕਰਦੇ ਆ? ਪਾਪੂਲੇਸ਼ਨ ਤੇ ਨਿਰਧਾਰਿਤ ਕਰਦੇ। ਪਾਪੂਲੇਸ਼ਨ ਤੇ ਸਾਡੇ ਲੋਕਾਂ ਦੀ ਜਨਸੰਖਿਆ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਭੇਜਦੇ ਆ। ਸੋ ਸਾਡੀ ਨੈਕਸਟ ਆ ਗਿਆ ਜੀ ਸਾਡਾ 5ਵਾਂ ਸ਼ਡਿਊਲ ਆ ਗਿਆ ਜੀ SC ST ਦੇ ਲਈ ਰਾਖਵਾਂਕਰਨ। ਕਿ 5ਵੇਂ ਸ਼ਡਿਊਲ ਦੇ ਵਿੱਚ ਜਿਹੜਾ ਹੈਗਾ ਸਾਡਾ ਸਮਾਜ ਹੈ ਜਿਹੜਾ, ਉਹਦੇ ਵਿੱਚ SC ST ਜਿਹੜੇ ਹੈਗੇ ਨੇ ਉਹਨਾਂ ਦੇ ਰਾਖਵੇਂਕਰਨ ਦੇ ਸੰਬੰਧੀ ਦਰਜ ਕੀਤਾ ਗਿਆ। ਸੈਕਿੰਡ ਜੀ ਉਸ ਤੋਂ ਬਾਅਦ ਅੱਗੇ ਆ ਗਿਆ 6ਵੀਂ ਅਨੁਸੂਚੀ। 6ਵੀਂ ਅਨੁਸੂਚੀ ਦੇ ਵਿੱਚ ਵਿਸ਼ੇਸ਼ ਰਾਜ ਦੀ ਵਿਵਸਥਾ ਕੀਤੀ ਗਈ ਹੈ। ਵਿਸ਼ੇਸ਼ ਰਾਜ ਕਿਵੇਂ? ਮਿਜ਼ੋਰਮ, ਮੇਘਾਲਿਆ, ਤ੍ਰਿਪੁਰਾ, ਅਸਾਮ। ਤੁਹਾਨੂੰ ਇਹ ਪੁੱਛਿਆ ਜਾਂਦਾ ਹੁੰਦਾ ਇਹਨਾਂ ਵਿੱਚੋਂ ਕਿਹੜਾ ਵਿਸ਼ੇਸ਼ ਰਾਜ ਨਹੀਂ ਹੈ ਜਿਹੜਾ 6ਵੀਂ ਸੂਚੀ ਦੇ ਵਿੱਚ ਦਰਜ ਨਹੀਂ ਹੈ? ਤਾਂ ਤੁਹਾਨੂੰ ਇਹ ਨਾਮ ਯਾਦ ਰੱਖਣੇ ਬਹੁਤ ਜ਼ਰੂਰੀ ਹੈ। ਮਿਜ਼ੋਰਮ, ਮੇਘਾਲਿਆ, ਤ੍ਰਿਪੁਰਾ, ਅਸਾਮ, MMTA। ਠੀਕ ਹੈ ਜੀ। ਨੈਕਸਟ ਆ ਗਿਆ ਜੀ ਸ਼ਕਤੀਆਂ ਦੀ ਵੰਡ। ਸ਼ਕਤੀਆਂ ਦੀ ਵੰਡ ਆ ਗਈ ਜੀ 7ਵੀਂ ਅਨੁਸੂਚੀ। 7ਵੀਂ ਅਨੁਸੂਚੀ ਕਾਹਦੇ ਨਾਲ ਸੰਬੰਧਿਤ ਹੈ? ਸ਼ਕਤੀਆਂ ਦੀ ਵੰਡ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ 3 ਲਿਸਟਾਂ ਸਾਡੇ ਕੋਲ। ਪਹਿਲੀ ਲਿਸਟ ਹੈ ਜੀ ਕੇਂਦਰ ਸੂਚੀ, ਉਹਨੂੰ ਅਸੀਂ ਸੰਘ ਸੂਚੀ ਵੀ ਬੋਲ ਦਿੰਨੇ ਆ। ਦੂਜੀ ਲਿਸਟ ਹੈ ਜੀ ਰਾਜ ਸੂਚੀ। ਤੀਜੀ ਲਿਸਟ ਹੈ ਜੀ ਸੰਵਰਤੀ ਸੂਚੀ। ਰਾਜੇ ਜਿਹੜੀ ਸੰਵਰਤੀ ਸੂਚੀ ਹੈ ਇਹ ਅਸੀਂ ਆਸਟ੍ਰੇਲੀਆ ਤੋਂ ਪ੍ਰਾਪਤ ਕੀਤੀ ਹੈ। ਆਪਾਂ ਪੜ੍ਹਦੇ ਹਾਂ ਇਹਦੇ ਵਿੱਚ ਕਿ ਕੇਂਦਰ ਸੂਚੀ ਸੰਘ ਸੂਚੀ ਜਿਸ ਉੱਪਰ ਕੇਂਦਰ ਕਾਨੂੰਨ ਬਣਾਏਗਾ। ਸਾਡੇ ਕੋਲ ਇਹਦੇ ਵਿੱਚ ਨਾ ਕੁਝ ਸਬਜੈਕਟਸ ਦਿੱਤੇ ਹੋਏ ਆ। ਸਬਜੈਕਟਸ ਭਾਵ ਕਿ ਕੁਝ ਸਾਨੂੰ ਇਹਦੇ 'ਚ ਵਿਸ਼ੇ ਦਿੱਤੇ ਗਏ ਨੇ ਜਿਨ੍ਹਾਂ ਵਿਸ਼ਿਆਂ ਦੇ ਉੱਤੇ ਸਿਰਫ ਕਾਨੂੰਨ ਸੈਂਟਰ ਹੀ ਤਿਆਰ ਕਰਦਾ ਹੈ। ਸਾਨੂੰ ਸੰਖਿਆ ਪੁੱਛ ਲੈਂਦਾ। ਉਹ ਕਹਿ ਦਿੰਦਾ ਵੀ ਪਹਿਲਾਂ ਇਹਦੇ ਵਿੱਚ ਕਿੰਨੇ ਵਿਸ਼ੇ ਸੀਗੇ? 97। ਹੁਣ ਕਿੰਨੇ ਆ? ਹੁਣ 100 ਹੈ। ਰਾਜ ਸੂਚੀ ਵਿੱਚ ਜਿਸ ਵਿਸ਼ੇ ਉੱਪਰ ਕਾਨੂੰਨ ਸਿਰਫ ਰਾਜ ਤਿਆਰ ਕਰੇਗਾ, ਜਿਹੜੇ ਸਬਜੈਕਟ ਦੇ ਉੱਪਰ ਕਾਨੂੰਨ ਸਿਰਫ ਜਿਹੜਾ ਹੈਗਾ ਰਾਜ ਤਿਆਰ ਕਰਦਾ ਹੈ, ਉਹ ਵਿਸ਼ੇ ਸਾਰੇ ਰਾਜ ਸੂਚੀ ਵਿੱਚ ਦਰਜ ਹੈ। ਪਹਿਲਾਂ ਕਿੰਨੇ ਸੀ? 66 ਸੀਗੇ। ਹੁਣ ਕਿੰਨੇ ਆ? 61 ਹੈਗੇ ਆ। ਸੰਵਰਤੀ ਸੂਚੀ, ਇਸ ਸੂਚੀ ਦੇ ਵਿੱਚ ਉਹ ਵਿਸ਼ੇ ਰੱਖੇ ਜਾਂਦੇ ਆ ਜਿਨ੍ਹਾਂ ਵਿਸ਼ਿਆਂ ਦੇ ਉੱਪਰ ਕੇਂਦਰ ਵੀ ਕੰਮ ਬਣਾਉਂਦਾ ਹੈ ਤੇ ਰਾਜ ਵੀ ਕਾਨੂੰਨ ਬਣਾਉਂਦਾ ਹੈ। ਤਾਂ ਸਾਡੇ ਕੋਲੇ ਇਹ ਸੂਚੀ ਦੇ ਵਿੱਚ ਕੁੱਲ ਕਿੰਨੇ ਵਿਸ਼ੇ ਹਨ? ਵਰਤਮਾਨ ਹਨ 52 ਤੇ ਪਹਿਲਾਂ ਕਿੰਨੇ ਸੀਗੇ? 47।
ਤਾਂ ਰਾਜੇ ਕਈ ਅਜਿਹੇ ਵਿਸ਼ੇ ਆ ਜਿਹੜੇ ਵਿਸ਼ੇ ਸਾਡੇ ਕੋਲੇ ਇਹਨਾਂ ਤਿੰਨਾਂ ਲਿਸਟਾਂ 'ਚ ਨਹੀਂ ਵੰਡੇ ਗਏ, ਫਿਰ ਉਹ ਬਚ ਗਏ, ਉਹਨਾਂ ਨੂੰ ਕਹਿ ਦਿੰਦੇ ਆ ਵਾਧੂ ਬਚੇ ਹੋਏ ਵਿਸ਼ੇ। ਜਿਹੜੇ ਵਾਧੂ ਵਿਸ਼ੇ ਆ ਉਹਨਾਂ ਉੱਪਰ ਕਾਨੂੰਨ ਕੌਣ ਬਣਾਉਂਦਾ ਹੈ? ਉਹਨਾਂ ਉੱਪਰ ਕਾਨੂੰਨ ਬਣਾਉਂਦਾ ਕੇਂਦਰ ਬਣਾਉਂਦਾ। ਕੌਣ ਬਣਾਉਂਦਾ? ਕੇਂਦਰ ਬਣਾਉਂਦਾ। ਹੁਣ ਤੁਹਾਡੇ ਧਿਆਨ 'ਚ ਰਹਿਣਾ ਚਾਹੀਦਾ ਰਾਜੇ ਕਿ ਕੇਂਦਰ ਸੂਚੀ ਤੇ ਵਿਸ਼ੇ ਦੇ ਉੱਪਰ ਕਾਨੂੰਨ ਕੌਣ ਬਣਾਉਂਦਾ ਹੈ? ਕੇਂਦਰ ਸੂਚੀ ਦੇ ਵਿਸ਼ੇ ਦੇ ਉੱਪਰ ਕਾਨੂੰਨ ਕੇਂਦਰ ਬਣਾਉਂਦਾ ਹੈ। ਜਿਹੜੇ ਵਿਸ਼ੇ ਰਾਜ ਸੂਚੀ ਵਿੱਚ ਦਰਜ ਹਨ ਉਹਨਾਂ ਉੱਪਰ ਕਾਨੂੰਨ ਕੌਣ ਬਣਾਉਂਦਾ ਹੈ? ਉਹਨਾਂ ਉੱਪਰ ਕਾਨੂੰਨ ਰਾਜ ਬਣਾਉਂਦਾ ਹੈ। ਜਿਹੜੇ ਵਿਸ਼ੇ ਸਮਾਵਰਤੀ ਸੂਚੀ ਭਾਵ ਕੰਕਰੀਟ ਲਿਸਟ, ਜਿਹੜੇ ਵਿਸ਼ੇ ਸਮਾਵਰਤੀ ਸੂਚੀ ਦੇ ਵਿੱਚ ਦਰਜ ਹਨ ਉਹਨਾਂ ਵਿਸ਼ਿਆਂ ਦੇ ਉੱਪਰ ਕਾਨੂੰਨ ਕੌਣ ਬਣਾਉਂਦਾ ਹੈ? ਤੇ ਉਹਨਾਂ ਵਿਸ਼ਿਆਂ ਦੇ ਉੱਪਰ ਕਾਨੂੰਨ ਹੈ ਜਿਹੜਾ ਰਾਜ ਵੀ ਬਣਾਉਂਦਾ ਤੇ ਕੇਂਦਰ ਵੀ ਬਣਾਉਂਦਾ, ਦੋਨੇ ਰਲ ਕੇ ਬਣਾਉਂਦੇ ਆ। ਪਰ ਜੇਕਰ ਕੋਈ ਇਹੋ ਜਿਹਾ ਕੁਐਸਚਨ ਆ ਜਾਂਦਾ ਹੈ ਜਾਂ ਕਿ ਜਿਹਦੇ ਕੋਲੇ ਸਾਡੇ ਨੂੰ ਪਤਾ ਲੱਗ ਜੇ ਕਿ ਪਹਿਲਾਂ ਰਾਜ ਦਾ ਵੀ ਇੱਕ ਵਿਸ਼ਾ ਹੈਗਾ, ਉਹ ਕਿਸ ਕਾਨੂੰਨ ਬਣਿਆ ਹੋਇਆ ਤੇ ਕੇਂਦਰ ਨੇ ਵੀ ਕਾਨੂੰਨ ਬਣਾ ਲਿਆ, ਹੁਣ ਕਾਨੂੰਨ ਕਿਹੜਾ ਚੱਲੇਗਾ? ਤਾਂ ਰਾਜੇ ਹੁਣ ਸਾਡੇ ਕੋਲੇ ਕੇਂਦਰ ਦਾ ਬਣਾਇਆ ਹੋਇਆ ਕਾਨੂੰਨ ਹੈ ਜਿਹੜਾ ਸਮਵਰਤੀ ਦੇ ਸਬਜੈਕਟ ਦੇ ਵਿੱਚੋਂ ਵਿਸ਼ੇ ਦੇ ਉੱਤੇ ਬਣੇ ਹੋਏ ਕਾਨੂੰਨ ਦੇ ਉੱਪਰ ਚੱਲੇਗਾ। ਜੇ ਸਾਨੂੰ ਇਹ ਕੁਐਸਚਨ ਆ ਜਾਂਦਾ ਹੈ ਕਿ ਵਾਧੂ ਬਚੀਆਂ ਸ਼ਕਤੀਆਂ ਦੇ ਉੱਪਰ ਵਿਸ਼ੇ ਦੇ ਉੱਪਰ ਕਾਨੂੰਨ ਕੌਣ ਬਣਾਉਂਦਾ ਹੈ, ਤਿੰਨਾਂ ਦੇ ਨਾਮ ਦੇ ਦਿੱਤੇ ਜਾਂਦੇ ਆ, ਨਾਲ ਚੌਥਾ ਰਾਸ਼ਟਰਪਤੀ ਦਾ ਨਾਮ ਦੇ ਦਿੱਤਾ ਜਾਂਦਾ ਹੈ, ਤਾਂ ਸਾਨੂੰ ਕਲੀਅਰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਕੇਂਦਰ ਸੂਚੀ ਹੀ ਵਾਧੂ ਸ਼ਕਤੀਆਂ ਦੇ ਉੱਤੇ ਕਾਨੂੰਨ ਬਣਾਉਂਦੀ ਹੈ। ਅੱਗੇ ਚੱਲੀਏ, ਅਗਲਾ ਸ਼ਡਿਊਲ ਆ ਗਿਆ 8। 8ਵਾਂ ਸ਼ਡਿਊਲ ਹੈ ਜਿਹੜਾ ਇਹ ਭਾਸ਼ਾ ਨਾਲ ਸੰਬੰਧਿਤ ਹੈ ਰਾਜੀ। ਦੇਖੋ ਪਹਿਲਾਂ ਸੰਵਿਧਾਨ ਦੇ ਵਿੱਚ 14 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀਗੀ, ਫਿਰ ਉਸ ਤੋਂ ਬਾਅਦ 28 ਨੂੰ ਕੀਤੀ ਗਈ, ਫਿਰ 22 ਨੂੰ ਦਿੱਤੀ ਗਈ, ਹੁਣ 23ਵੀਂ ਹਜੇ ਬਣਨ ਜਾ ਰਹੀ ਹੈ ਖਾਸੀ। ਪਰ ਹੁਣ ਟੋਟਲ ਕਿੰਨੀਆਂ ਭਾਸ਼ਾਵਾਂ ਨੇ? ਜੇ ਹੁਣ ਪੁੱਛ ਲੈਂਦਾ ਵਰਤਮਾਨ ਕਿੰਨੀਆਂ, ਤਾਂ 22 ਭਾਸ਼ਾਵਾਂ ਸਾਡੇ ਕੋਲੇ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ। ਠੀਕ ਹੈ ਜੀ। ਤਾਂ 8ਵੀਂ ਅਨੁਸੂਚੀ ਕਾਹਦੇ ਨਾਲ ਸੰਬੰਧਿਤ ਹੈ? ਭਾਸ਼ਾ ਦੇ ਨਾਲ। ਬੜਾ ਸੌਖਾ ਜਿਹਾ ਲੌਜੀਕ ਹੈ ਇਹਨੂੰ ਯਾਦ ਕਰਨ ਦਾ ਕਿ 8ਵੀਂ ਜਮਾਤ ਦੇ ਵਿੱਚ ਅਸੀਂ 3 ਭਾਸ਼ਾਵਾਂ ਪੜ੍ਹਦੇ ਆ। ਕਿਹੜੀ ਕਿਹੜੀ ਪੜ੍ਹਦੇ ਆ? ਅਸੀਂ ਹਿੰਦੀ ਪੜ੍ਹ ਲੈਂਦੇ ਆ, ਅਸੀਂ ਇੰਗਲਿਸ਼ ਪੜ੍ਹਦੇ ਆ, ਪੰਜਾਬੀ ਪੜ੍ਹਦੇ। ਕਿਹੜੀ ਕਲਾਸ 'ਚ? 8th ਕਲਾਸ 'ਚ। ਤੇ 8ਵੀਂ ਅਨੁਸੂਚੀ 'ਚ ਕੀ ਹੈ ਫਿਰ? 8ਵੀਂ ਅਨੁਸੂਚੀ 'ਚ ਭਾਸ਼ਾ ਆ ਗਈ, ਭਾਸ਼ਾ ਨਾਲ ਸੰਬੰਧਿਤ ਸੂਚੀ ਆ ਗਈ। ਤੁਹਾਨੂੰ ਕੁਐਸਚਨ ਸਿੱਧਾ ਪੁੱਛੂਗਾ ਕਿ ਹੇਠ ਲਿਖਿਆ ਵਿੱਚੋਂ ਕਿਹੜੀ ਅਨੁਸੂਚੀ ਜਿਹੜੀ ਭਾਸ਼ਾ ਦੇ ਨਾਲ ਸੰਬੰਧਿਤ ਹੈ? ਤਾਂ ਭਾਸ਼ਾ ਦੇ ਨਾਲ ਸੰਬੰਧਿਤ ਅਨੁਸੂਚੀ ਹੈ ਰਾਜੇ, ਉਹ ਹੈਗੀ ਹੈ 8ਵੀਂ ਅਨੁਸੂਚੀ। ਨੈਕਸਟ ਸ਼ਡਿਊਲ ਤੇ ਚੱਲੀਏ। ਸੰਪत्ति ਦਾ ਅਧਿਕਾਰ ਹੈ ਜੀ, 9ਵੀਂ ਅਨੁਸੂਚੀ ਹੈ ਸਾਡੀ। ਇਹ ਬੜੀ ਵਾਦ ਵਿਵਾਦ ਦਾ ਅਧਿਕਾਰ ਰਿਹਾ ਹੈਗਾ। ਹੋਇਆ ਕੀ ਸੀ ਕਿ 1951 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਪਹਿਲੀ ਜਿਹੜੀ ਅਮੈਂਡਮੈਂਟ ਕੀਤੀ ਗਈ, ਇਸ ਅਮੈਂਡਮੈਂਟ ਦੇ ਨਾਲ ਕਨਸਟੀਟਿਊਸ਼ਨ ਦੇ ਵਿੱਚ ਪਹਿਲੀ ਸੋਧ ਦੇ ਨਾਲ ਜਿਹੜਾ ਇਹ ਸਾਡੇ ਕੋਲੇ ਹੋਇਆ ਕਿ ਇਹਦੇ ਵਿੱਚ ਜਾ ਕੇ ਸਾਡੇ ਨਾਲ ਜਿਹੜੀ ਹੈਗੀ ਆ 9ਵੀਂ ਅਨੁਸੂਚੀ ਦਰਜ ਕੀਤੀ ਗਈ। ਸੰਪत्ति ਦਾ ਵਿਵਾਦ ਸੀ ਜਿਹੜਾ, ਉਹਨੂੰ ਅਸੀਂ ਇੱਥੇ ਕਾਨੂੰਨੀ ਰੂਪ ਦੇ ਵਿੱਚ ਇਹਨੂੰ ਅਸੀਂ ਦਰਜ ਕਰ ਲਿਆ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਇਹ ਆਂਦਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਪਹਿਲੀ ਸੋਧ ਕਦੋਂ ਹੋਈ ਸੀ? 1951 ਦੇ ਵਿੱਚ ਹੋਈ ਸੀ। ਕਈ ਵਾਰੀ ਇਹ ਕੁਐਸਚਨ ਆ ਜਾਂਦਾ ਕਿ ਜਦੋਂ ਪਹਿਲੀ ਸੋਧ ਹੋਈ ਸੀ ਉਸ ਸੋਧ ਦੇ ਉੱਪਰ ਕਿਸ ਰਾਸ਼ਟਰਪਤੀ ਨੇ ਹਸਤਾਖਰ ਕੀਤੇ ਸੀ? ਤਾਂ ਉਸ ਸੋਧ ਦੇ ਉੱਪਰ ਰਜਿੰਦਰ ਪ੍ਰਸਾਦ ਨੇ ਹਸਤਾਖਰ ਕੀਤੇ ਸੀਗੇ। ਨੈਕਸਟ ਕੁਐਸਚਨ ਜੀ, ਦਲ ਬਦਲੀ ਤੇ ਆ ਗਿਆ। ਅਗਲੀ ਅਨੁਸੂਚੀ ਕਿਹੜੀ ਹੈ? ਦਲ ਬਦਲੀ। ਦਲ ਬਦਲੀ ਨੂੰ ਲੈ ਕੇ ਨਾ ਜੀ ਇੱਕ ਸਾਡੇ ਕੋਲੇ ਕਾਨੂੰਨ ਬਣਾਇਆ ਗਿਆ ਜਿਸ ਦੇ ਵਿੱਚ ਅਨੁਸੂਚੀ ਦੇ ਅਨੁਸਾਰੇ ਦਰਜ ਕੀਤਾ ਗਿਆ ਕਿ ਜਿਹੜਾ ਹੈਗਾ ਕਿ ਦਲ ਬਦਲਣ ਦੇ ਆਧਾਰ ਤੇ ਕੋਈ ਇਸ ਤਰ੍ਹਾਂ ਦਾ ਅਸੀਂ ਸਿਸਟਮ ਤਿਆਰ ਕਰੀਏ ਕਿ ਜਿਹੜਾ ਇੱਕ ਵਿਅਕਤੀ ਦੂਜੇ ਦਲ ਦੇ ਵਿੱਚ ਜਾਂਦਾ ਹੈ ਤਾਂ ਉਹ ਪਿਛਲੀ ਪਾਰਟੀ ਨੂੰ ਲਾਸ ਨਾ ਹੋਵੇ। ਹੋਇਆ ਕੀ ਕਿ ਰਾਜਸਥਾਨ ਹਰਿਆਣੇ ਦੀ ਇੱਕ ਘਟਨਾ ਸੀਗੀ ਸਾਡੇ ਕੋਲੇ, ਆਇਆ ਰਾਮ ਗਿਆਨ। ਉਹ ਵਿਅਕਤੀ ਕੀ ਕਰਦਾ ਸੀਗਾ, ਇੱਕ ਦਲ ਛੱਡਦਾ ਸੀ, ਦੂਸਰੇ ਦਲ ਚਲੇ ਜਾਂਦਾ ਸੀ, ਦੂਸਰੇ ਦਲ ਨੂੰ ਛੱਡਦਾ ਸੀ, ਤੀਸਰੇ ਨੂੰ। ਉਹਦੇ ਨਾਲ ਕੀ ਇੱਕ ਧਿਆਨ 'ਚ ਰੱਖਿਓ, ਇੱਕ ਸੀਟ ਹੈ ਉਦਾਹਰਨ ਦੇ ਤੌਰ ਤੇ, ਉਹ ਇੱਕ ਸੀਟ ਐਮਐਲਏ ਦੀ ਜਿੱਤਿਆ ਹੋਇਆ, ਉਹ ਇੱਕ ਪਾਰਟੀ ਜੁਆਇਨ ਕਰਦਾ ਹੈ ਐਮਐਲਏ ਤੌਰ ਤੇ, ਉਹ ਅਗਲੀ ਪਾਰਟੀ ਨੂੰ ਜੁਆਇਨ ਕਰਦਾ ਉਸੇ ਸੀਟ ਦੇ ਐਮਐਲਏ ਦੇ ਤੌਰ ਤੇ। ਹੁਣ ਬੰਦਾ ਸ਼ਿਫਟ ਕਰਦੇ ਆ, ਨਾਲ ਸੀਟ ਵੀ ਉਹਦੀ ਸ਼ਿਫਟ ਹੋ ਰਹੀ ਹੈ। ਹੁਣ ਇਸ ਧਿਆਨ ਦੇ ਵਿੱਚ ਰੱਖਦੇ ਹੋਏ, ਫਿਰ ਇਹ ਤਾਂ ਬੰਦਾ ਇੱਕ ਹੀ ਤੁਰਿਆ ਫਿਰ ਰਿਹਾ ਸਾਰੀਆਂ ਪਾਰਟੀਆਂ ਦੇ ਵਿੱਚ, ਤਾਂ ਇਸ ਧਿਆਨ ਦੇ ਵਿੱਚ ਰੱਖਦੇ ਹੋਏ 1985 ਦੇ ਵਿੱਚ 52ਵੀਂ ਸੋਧ ਕੀਤੀ ਗਈ, ਜਿਹਦੇ ਵਿੱਚ ਇਹ ਕਲੀਅਰ ਕਰਤਾ ਕਿ ਜੇਕਰ ਇੱਕ ਵਿਅਕਤੀ ਇੱਕ ਦਲ ਛੱਡ ਕੇ ਦੂਜਾ ਦਲ ਜੁਆਇਨ ਕਰੇਗਾ ਤਾਂ ਉਹ ਨਵੀਂ ਥਾਂ ਤੇ ਜਾ ਕੇ ਦੁਬਾਰਾ ਰੀਇਲੈਕਟ ਹੋਏਗਾ, ਉਹਨੂੰ ਦੁਬਾਰਾ ਇਲੈਕਸ਼ਨ ਲੜਨਾ ਪਏਗਾ। ਤਾਂ ਦਲ ਬਦਲੀ ਦੇ ਵਿੱਚ ਕੀ ਹੈ ਜੀ? ਹੁਣ ਦਲ ਬਦਲੀ ਹੈਗੀ ਹੈ 10ਵੀਂ ਅਨੁਸੂਚੀ। 10ਵੀਂ ਅਨੁਸੂਚੀ 'ਚ ਕੀ ਹੈ? ਦਲ ਬਦਲੀ ਹੈ। ਠੀਕ ਹੈ ਜੀ। ਉਹ ਸਿੰਪਲ ਕੁਐਸਚਨ ਆਂਦਾ ਪਿੱਛੇ ਜੇ ਮੈਂ ਅੱਜ ਵੇਖ ਰਿਹਾ ਸੀ ਪੇਪਰ, ਪੰਜਾਬ ਪੁਲਿਸ ਦਾ ਪੇਪਰ ਆਇਆ ਹੋਇਆ ਤੇ ਉਹਦੇ ਵਿੱਚ ਇਹ ਕੁਐਸਚਨ ਪਾਇਆ ਉਹਨਾਂ ਨੇ ਕਿ ਜੀ ਜਿਹੜੇ ਜਦੋਂ ਇੱਕ ਵਿਅਕਤੀ ਇੱਕ ਦਲ ਛੱਡਦਾ ਹੈ ਦੂਸਰੇ ਦਲ ਨੂੰ ਜੁਆਇਨ ਕਰਦਾ ਹੈ, ਫਿਰ ਉਸ ਦੇ ਦੂਸਰੇ ਦਲ ਨੂੰ ਜੁਆਇਨ ਕਰਦਾ, ਤਾਂ ਇਸ ਦੇ ਵਿਰੋਧ ਵਿੱਚ ਕਿਹੜੀ ਅਨੁਸੂਚੀ ਆਈ ਸੀਗੀ? ਤਾਂ ਉਹ ਆਈ ਸੀ ਦਲ ਬਦਲੀ 10ਵੀਂ ਅਨੁਸੂਚੀ। 11ਵੀਂ ਅਨੁਸੂਚੀ, ਇਹਦੇ ਵਿੱਚ ਜੀ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ। ਪਿੰਡਾਂ ਦੇ ਵਿੱਚ ਪੰਚਾਇਤ ਹੁੰਦੀ ਹੈ, ਪੰਚਾਇਤ ਇੱਕ ਲਘੂ ਸੰਸਦ ਹੁੰਦੀ ਹੈ।
ਤਾਂ ਦੇਖਿਆ ਜਾਵੇ ਤਾਂ ਜਿਹੜੀ ਪੰਚਾਇਤ ਹੈਗੀ ਹੈ ਪਿੰਡਾਂ ਦੀ ਜਿਹੜੀ ਸਾਡੀ ਗ੍ਰਾਮ ਪੰਚਾਇਤ ਹੈਗੀ ਹੈ 73ਵੀਂ ਸੋਧ 1992 ਦੇ ਵਿੱਚ ਆਈ ਸੀ ਜੀ, 1992 ਦੇ ਵਿੱਚ 73ਵੀਂ ਸੋਧ। ਤਾਂ 73ਵੀਂ ਸੋਧ ਦੇ ਨਾਲ ਬੜਾ ਕੁਝ ਚੇਂਜ ਹੋਇਆ। ਇੱਕ ਤਾਂ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਨਵਾਂ ਪਾਰਟ ਐਡ ਹੋਇਆ। ਪਾਰਟ ਕਿਹੜਾ ਐਡ ਹੋ ਗਿਆ ਸੀ? 9ਵਾਂ ਪਾਰਟ ਐਡ ਹੋ ਗਿਆ ਸੀਗਾ। ਤਾਂ ਇਹ ਬਣਿਆ ਕੀ ਸੀਗਾ? ਪੰਚਾਇਤ ਲਈ ਜੋੜਤਾ ਸੀਗਾ। ਤਾਂ 11ਵੀਂ ਅਨੁਸੂਚੀ ਕਾਹਦੇ ਨਾਲ ਸੰਬੰਧਿਤ ਹੈ? ਪੰਚਾਇਤ ਰਾਜ ਨਾਲ ਸੰਬੰਧਿਤ ਹੈ। 11ਵੀਂ ਅਨੁਸੂਚੀ ਕਿਹੜੀ ਸੋਧ ਨਾਲ ਆਈ? 73ਵੀਂ ਸੋਧ ਨਾਲ ਆਈ। 73ਵੀਂ ਸੋਧ ਵਿੱਚ ਕਿੰਨੇ ਵਿਸ਼ੇ ਆ? 29 ਵਿਸ਼ੇ ਆ। 73ਵੀਂ ਸੋਧ ਕਦੋਂ ਹੋਈ ਸੀ? 1992 ਦੇ ਵਿੱਚ ਹੋਈ ਸੀ। ਸੇਮ ਅਗਲੀ ਸਾਡੀ 12ਵੀਂ ਅਨੁਸੂਚੀ। 12ਵੀਂ ਅਨੁਸੂਚੀ ਕਿਹੜੀ ਹੈ ਜੀ? 74ਵੀਂ ਸੋਧ ਨਾਲ ਹੋਈ ਸੀ। 12ਵੀਂ ਅਨੁਸੂਚੀ ਦੇ ਵਿੱਚ ਕੀ ਵਿਸ਼ਾ ਦਰਜ ਹੈ? ਨਗਰ ਨਿਗਮ ਦਰਜ ਹੈ। 12ਵੀਂ ਅਨੁਸੂਚੀ ਦੇ ਵਿੱਚ ਕੁੱਲ ਕਿੰਨੇ ਵਿਸ਼ੇ ਆ ਜੀ? 12ਵੀਂ ਅਨੁਸੂਚੀ ਦੇ ਵਿੱਚ ਜਿਹੜੇ ਹੈਗੇ ਆ 18 ਵਿਸ਼ੇ ਆ ਜੀ। 12ਵੀਂ ਅਨੁਸੂਚੀ ਕਦੋਂ ਹੋਈ ਸੀ? ਇਹ ਹੋਈ ਸੀਗੀ ਜੀ 1992 ਦੇ ਵਿੱਚ। ਤਾਂ 11ਵੀਂ ਅਨੁਸੂਚੀ ਨਾਲ ਭਾਰਤੀ ਸੰਵਿਧਾਨ ਦੇ ਵਿੱਚ ਕੀ ਚੇਂਜ ਹੋਈ ਜੀ? 11ਵੀਂ ਅਨੁਸੂਚੀ ਆਈ ਤਾਂ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਭਾਗ 9 ਐਡ ਹੋਇਆ। ਨੈਕਸਟ ਜੀ ਆਪਾਂ ਗੱਲ ਕਰੀਏ, ਸਾਡੇ ਕੋਲੇ ਜੇ 11ਵੀਂ ਅਨੁਸੂਚੀ ਤੋਂ ਬਾਅਦ 12ਵੀਂ ਅਨੁਸੂਚੀ ਆਈ ਤਾਂ 12ਵੀਂ ਅਨੁਸੂਚੀ ਦੇ ਨਾਲ ਪਾਰਟ 9A ਨਵਾਂ ਭਾਗ ਬਣ ਗਿਆ। ਤਾਂ ਜਿਹੜੀ ਸਾਡੀ 74ਵੀਂ ਸੋਧ ਹੈ ਇਹ ਕਾਹਦੇ ਨਾਲ ਸੰਬੰਧਿਤ ਹੈ? ਇਹ 12ਵੀਂ ਨਗਰ ਨਿਗਮ ਨਾਲ ਸੰਬੰਧਿਤ ਹੈ। ਨਗਰ ਨਿਗਮ ਦੇ ਵਿੱਚ ਕਿੰਨੇ ਵਿਸ਼ੇ ਹੈ ਜੀ? ਨਗਰ ਨਿਗਮ ਦੇ ਵਿੱਚ 18 ਵਿਸ਼ੇ। ਆ ਕੁਝ ਇੰਪੋਰਟੈਂਟ ਕੁਐਸਚਨ ਨੇ, ਇਹਨਾਂ ਕੁਐਸਚਨਾਂ ਨੂੰ ਦੇਖਦੇ ਆ ਨਾਲ ਨਾਲ ਤੁਸੀਂ ਆਪਦੀ ਕਾਪੀ ਦੇ ਉੱਤੇ ਇਹਨਾਂ ਦੇ ਆਨਸਰ ਲਿਖੀ ਜਾਣੇ ਆ ਤੇ ਕਮੈਂਟ ਦੇ ਵਿੱਚ ਇਹਨਾਂ ਦੇ ਆਨਸਰ ਜ਼ਰੂਰ ਦੇਣੇ ਹੈਗੇ ਆ। ਮੂਲ ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ ਸਨ? ਤਾਂ ਮੂਲ ਭਾਰਤੀ ਸੰਵਿਧਾਨ ਦੇ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ ਸਨ ਜੀ? ਹਾਂਜੀ 8 ਅਨੁਸੂਚੀਆਂ ਸਨ। ਵਰਤਮਾਨ ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ? ਵੈਰੀ ਗੁੱਡ ਜੀ, 12 ਵਰਤਮਾਨ ਭਾਰਤੀ ਸੰਵਿਧਾਨ ਵਿੱਚ ਅਨੁਸੂਚੀਆਂ ਹਨ। ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੇ ਭਾਗ ਹੈ? ਦੇਖੋ ਹੁਣ ਵਰਤਮਾਨ ਪੁੱਛ ਰਿਹਾ ਉਹ ਕੁੱਲ ਕਿੰਨੇ ਭਾਗ ਹਨ, ਤਾਂ ਹੁਣ ਕਿੰਨੇ ਹੈ ਜੀ? 25 ਭਾਗ ਹੈ। ਵੈਰੀ ਗੁੱਡ ਜੀ। ਕਿਹੜੀ ਅਨੁਸੂਚੀ ਪਹਿਲੀ ਸੋਧ ਨਾਲ ਸੰਬੰਧਿਤ ਹੈ? ਸੰਪत्ति ਦੇ ਅਧਿਕਾਰ। ਵੈਰੀ ਗੁੱਡ ਜੀ। ਭਾਸ਼ਾ ਨਾਲ ਸੰਬੰਧਿਤ ਮਤਲਬ ਅਨੁਸੂਚੀ ਸੀ ਕਿ 9ਵੀਂ। ਭਾਸ਼ਾ ਨਾਲ ਸੰਬੰਧਿਤ ਅਨੁਸੂਚੀ ਕਿਹੜੀ ਹੈ ਜੀ? 8ਵੀਂ ਅਨੁਸੂਚੀ। ਸੰਵਿਧਾਨ ਅਹੁਦੇ ਦੇ ਸਹੁੰ ਕਿਸ ਅਨੁਸੂਚੀ ਦੇ ਵਿੱਚ ਦਰਜ ਹੈ ਜੀ? 3rd। ਸ਼ਾਬਾਸ਼ ਜੀ। ਭਾਰਤੀ ਸੰਵਿਧਾਨ ਵਿੱਚ ਸ਼ਕਤੀਆਂ ਦੀ ਵੰਡ ਕਿਸ ਅਨੁਸੂਚੀ ਨਾਲ ਸੰਬੰਧਿਤ ਹੈ ਜੀ? ਜੀ 7ਵੀਂ। ਵੈਰੀ ਗੁੱਡ। ਦਲ ਬਦਲੀ ਕਿਸ ਅਨੁਸੂਚੀ ਨਾਲ ਸੰਬੰਧਿਤ ਹੈ ਜੀ? ਦਲ ਬਦਲੀ 10ਵੀਂ। ਸ਼ਾਬਾਸ਼, ਬਹੁਤ ਵਧੀਆ। ਤਾਂ ਆ ਦੋ ਇੰਪੋਰਟੈਂਟ ਕੁਐਸਚਨ ਹੋਰ ਸੀ ਜਿਹੜੇ ਆਮ ਸਰਕਾਰੀ ਪੇਪਰਾਂ 'ਚ ਦੇਖਣ ਨੂੰ ਮਿਲੇ ਸੀਗੇ। ਬੜੇ ਸੌਖੇ ਕੁਐਸਚਨ। ਕਈ ਵਾਰੀ ਬੱਚਾ ਸਿੱਧਾ ਹੀ 29 ਰਾਜ ਲਾਇਆ ਹੁੰਦਾ ਕਿਉਂਕਿ ਪਹਿਲਾਂ 29 ਕਾਊਂਟ ਕੀਤੇ ਸੀ ਅਸੀਂ। ਭਾਰਤ ਵਿੱਚ ਕਿੰਨੇ ਰਾਜ ਹਨ ਜੀ? 28 ਰਾਜ। ਵੈਰੀ ਗੁੱਡ ਜੀ। ਭਾਰਤੀ ਸੰਵਿਧਾਨ ਦੀ ਕਿਹੜੀ ਸੂਚੀ ਭਾਸ਼ਾ ਨਾਲ ਸੰਬੰਧਿਤ ਹੈ ਜੀ? 8ਵੀਂ। ਵੈਰੀ ਗੁੱਡ ਭਾਈ। ਸੋ ਇਹ ਸੀ ਸਾਡੀ ਜਿਹੜੀ ਅੱਜ ਦੀ ਕਲਾਸ ਸੀਗੀ। ਇਸ ਕਲਾਸ ਦੇ ਪ੍ਰਤੀ ਜੋ ਤੁਹਾਡਾ ਰਿਵਿਊ ਹੋਵੇ ਉਹ ਮੈਨੂੰ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਥੈਂਕ ਯੂ ਜੀ। ਤੁਹਾਡੀ ਮਿਹਨਤ ਦੇ ਨਾਲ ਅਸੀਂ ਹਰ ਕਦਮ ਤੁਹਾਡੇ ਨਾਲ ਚੱਲਾਂਗੇ ਜੀ। ਤੁਹਾਡੀ ਮਿਹਨਤ ਨੂੰ ਪ੍ਰਮਾਤਮਾ ਸਫਲਤਾ ਦਾ ਬੂਰ ਲਾਵੇ, ਇਹ ਸਾਡੀ ਦੁਆ ਹੈ ਜੀ। ਧੰਨਵਾਦ ਜੀ। ਥੈਂਕ ਯੂ ਜੀ।